ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਖੇਤੀ ਮੰਤਰੀ ਨਰਿੰਦਰ ਤੋਮਰ ਸਮੇਤ ਸਾਰੇ ਭਾਜਪਾ ਲੀਡਰਾਂ ਨੂੰ ਕਿਸਾਨ ਆਗੂਆਂ ਨੇ ਦਿੱਤਾ ਬਹਿਸ ਦਾ ਸੱਦਾ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਨੀ ਨੇ ਕਿਹਾ ਖੁੱਲੇ ਮੰਚ ਤੇ ਮੀਡੀਆ ਸਾਹਮਣੇ ਹੋਵੇ ਬਹਿਸ। ਦਿੱਲੀ ਸਰਹੱਦ ਤੇ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਦਾ ਵੀ ਕੀਤਾ ਸਮਰਥਨ। ਭਾਜਪਾ ਦੇ ਲੀਡਰਾਂ ਖਿਲਾਫ ਕਿਸਾਨਾਂ ਦਾ ਗੁੱਸਾ ਨਹੀਂ ਹੋ ਰਿਹਾ ਸ਼ਾਂਤ। ਸ਼੍ਰੀ ਗੰਗਾਨਗਰ 'ਚ ਕੈਲਾਸ਼ ਮੇਘਵਾਲ ਤੇ ਤਲਵੰਡੀ ਸਾਬੋ 'ਚ ਵਿਜੇ ਸਾਂਪਲਾ ਦਾ ਕੀਤਾ ਵਿਰੋਧ। ਪੁਲਿਸ ਨੇ ਕੀਤਾ ਕਿਸਾਨਾਂ ਤੇ ਲਾਠੀਚਾਰਜ। ਕਈ ਕਿਸਾਨਾਂ ਦੇ ਵੱਜੀਆਂ ਸੱਟਾਂ, ਕਈਆਂ ਨੂੰ ਹਿਰਾਸਤ 'ਚ ਲਿਆ। ਹਰਸਿਮਰਤ ਬਾਦਲ ਦੀ ਅਗਵਾਈ 'ਚ 7 ਸਿਆਸੀ ਪਾਰਟੀਆਂ ਦੇ ਸਾਂਝੇ ਵਫਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ। ਰਾਸ਼ਟਰਪਤੀ ਤੋਂ ਸੰਸਦ 'ਚ ਖੇਤੀ ਕਾਨੂੰਨਾਂ ਤੇ ਪੈਗਾਸਸ ਜਸੂਸੀ ਮਾਮਲੇ ਤੇ ਚਰਚਾ ਕਰਵਾਉਣ ਲਈ ਦਖਲ ਦੇਣ ਦੀ ਕੀਤੀ ਮੰਗ। ਹਰਸਿਮਰਤ ਬਾਦਲ ਨੇ ਕਿਹਾ ਸੱਤਾ ਦੇ ਨਸ਼ੇ 'ਚ ਚੂਰ, ਸਰਕਾਰ ਕਿਸੇ ਦੀ ਗੱਲ ਸੁਣਨ ਨੂੰ ਨਹੀਂ ਤਿਆਰ। ਪੰਜਾਬ ਦੇ ਕਿਸਾਨਾਂ ਨੇ ਕੈਪਟਨ ਸਰਕਾਰ ਖਿਲਾਫ ਖੋਲ੍ਹਿਆ ਨਵਾਂ ਫਰੰਟ। ਸਰਕਾਰ ਤੋਂ ਗੰਨੇ ਦੀ ਕੀਮਤ ਵਧਾਉਣ ਦੀ ਕੀਤੀ ਮੰਗ। ਮੰਗਾਂ ਨਾ ਮੰਨਣ ਤੇ ਦਿੱਤੀ ਪੰਜਾਬ 'ਚ ਵੀ ਦਿੱਲੀ ਵਾਂਗ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ। ਅਤੇ ਬਾਈਬਲ ਕਲਾਂ ਤੇ ਕੋਟਕਪੂਰਾ ਦੇ ਪੀੜਤਾਂ ਨੂੰ ਨਵਜੋਤ ਸਿੰਘ ਸਿੱਧੂ ਤੇ ਨਹੀਂ ਯਕੀਨ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਪਰਿਵਾਰਾਂ ਨੇ ਕਿਹਾ ਨਵਜੋਤ ਸਿੱਧੂ ਸਿਰਫ ਸੋਸ਼ਲ ਮੀਡੀਆ ਤੇ ਕਰ ਰਹੇ ਇਨਸਾਫ ਦਿਵਾਉਣ ਦਾ ਐਲਾਨ। ਬੇਅਦਬੀ ਨੂੰ ਸਿਆਸੀ ਮੁੱਦਾ ਬਣਾਉਣ ਤੇ ਵੀ ਜਤਾਈ ਨਾਰਾਜ਼ਗੀ। ਤੇ ਹੁਣ ਖਬਰਾਂ ਦਾ ਵਿਸਥਾਰ। ਕੇਂਦਰ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਖਿਲਾਫ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦੌਰਾਨ 600 ਦੇ ਕਰੀਬ ਕਿਸਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ। ਹੁਣ ਇਹਨਾਂ ਸ਼ਹੀਦ ਕਿਸਾਨਾਂ ਦੀ ਯਾਦਗਾਰ ਦਿੱਲੀ ਸਰਹੱਦ ਤੇ ਸਥਾਪਿਤ ਕਰਨ ਬਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਹੈ, ਜਿਸ ਦਾ ਸਮਰਥਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਕੀਤਾ ਗਿਆ। ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਸ਼ਹੀਦ ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀਆਂ ਯਾਦਾਂ ਸੰਭਾਲਣੀਆਂ ਬੇਹੱਦ ਜ਼ਰੂਰੀ ਨੇ। 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦਗਾਰ ਦਿੱਲੀ ਦੀ ਸਰਹੱਦ ਉੱਤੇ ਸਥਾਪਿਤ ਕੀਤੀ ਜਾਵੇਗੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਭਾਸ਼ਣ ਦੌਰਾਨ ਇਸ ਬਾਰੇ ਜ਼ਿਕਰ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਵੀ ਇਹ ਯਾਦਗਾਰ ਸਥਾਪਿਤ ਕਰਨ ਦਾ ਸਮਰਥਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂ ਸਤਨਾਮ ਸਿੰਘ ਸਾਨੀ ਤੇ ਗੁਰਪਾਲ ਸਿੰਘ ਮੁਤਾਬਕ ਇਹ ਕਿਸਾਨ ਅੰਦੋਲਨ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇਗਾ। ਇਤਿਹਾਸ ਦੀਆਂ ਕਿਤਾਬਾਂ 'ਚ ਇਸ ਦਾ ਜ਼ਿਕਰ ਹੋਵੇਗਾ। ਇਸ ਲਈ ਇਸ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀਆਂ ਯਾਦਾਂ ਸੰਭਾਲਣੀਆਂ ਬੇਹੱਦ ਜ਼ਰੂਰੀ ਨੇ। ਦਿੱਲੀ ਦੀ ਸਰਹੱਦ ਉੱਤੇ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਦੇਖੋ ਇਹ ਵੱਡਾ ਦੇਸ਼ ਦੇ ਅੰਦੋਲਨ ਲੜਿਆ, ਉਹਦੇ 'ਚ ਨਿਰੰਤਰ ਕਿਸਾਨਾਂ ਦੀ ਸ਼ਹਾਦਤ ਰੋਜ਼ਾਨਾ ਹੋ ਰਹੀ ਹੈ। ਦੇਸ਼ ਦੀ ਸਰਕਾਰ ਦਾ ਇਹਦੇ ਨਾਲੋਂ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਔਨ ਰਿਕਾਰਡ ਮੰਨਿਆ ਕਿ ਸਾਡੇ ਕੋਲ ਜਿਹੜੇ ਕਿਸਾਨ ਸ਼ਹੀਦ ਹੋ ਗਏ ਜਾਂ ਜਾਨਾਂ ਗਵਾ ਗਏ ਉਹਦਾ ਕੋਈ ਵੇਰਵਾ ਨਹੀਂ। ਦੁਨੀਆ ਦੀ ਐਸੀ ਕੋਈ ਸਰਕਾਰ ਨਹੀਂ ਹੁੰਦੀ ਦੁਨੀਆ ਦੇ ਵਿੱਚ ਜਿਹਦੇ ਕੋਲ ਦੇਸ਼ ਦੇ ਆਪਣੇ ਨਾਗਰਿਕਾਂ ਦੀ ਜਨਮ ਤੇ ਮੌਤ ਦਾ ਰਿਕਾਰਡ ਨਹੀਂ ਹੁੰਦਾ। ਆਧਾਰ ਕਾਰਡ ਨਾਲ ਲਿੰਕ ਹੈ, ਜਿਸ ਵੀ ਦੇਸ਼ ਦੇ ਨਾਗਰਿਕ ਦੀ ਮੌਤ ਹੁੰਦੀ ਹੈ ਤੁਰੰਤ ਉਹ ਮਤਲਬ ਲਿੰਕ ਹੋ ਕੇ ਸਰਕਾਰ ਨੂੰ ਉਹਦਾ ਡਾਟਾ ਜਾਂਦਾ। ਇਹ ਸਰਕਾਰ ਦੀ ਬੇਸ਼ਰਮੀ ਹੈ, ਸਰਕਾਰ ਦੀ ਗੈਰ ਜ਼ਿੰਮੇਵਾਰੀ ਹੈ ਜਿਹੜੇ ਇਦਾਂ ਦੇ ਬਿਆਨ ਦਿੰਦੇ ਆ। ਜਿਹੜਾ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਉਹ ਬਿਲਕੁਲ ਸਹੀ ਹੈ। ਜਿਹੜੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਉਹਨਾਂ ਦੀ ਬਕਾਇਦਾ ਯਾਦਗਾਰ ਬਣੇਗੀ। ਉਹ ਕਿਸਾਨੀ ਅੰਦੋਲਨ ਦੇ ਸ਼ਹੀਦ ਨੇ। ਉਹ ਕਹਿੰਦੇ ਸਿੰਘੂ ਬਾਰਡਰ ਤੇ ਹੀ ਬਣਾਣੀ ਆਪਾਂ ਸਮਾਰਕ ਉੱਥੇ ਹੀ ਬਣੇਗੀ ਜਿੱਥੇ ਕੋਈ ਸ਼ਹੀਦ ਹੁੰਦਾ। ਉਹਨਾਂ ਦੀਆਂ ਯਾਦਗਾਰਾਂ ਲਗਭਗ ਉਸੇ ਸਥਾਨ ਤੇ ਬਣਾਈਆਂ ਜਾਂਦੀਆਂ ਜਿੱਥੇ ਮੋਰਚਾ ਲੜਿਆ, ਉੱਥੇ ਹੀ ਬਣੇਗੀ ਇਹ ਵੀ। ਰਾਜੇਵਾਲ ਸਾਹਿਬ ਔਰ ਉਹਨਾਂ ਦੇ ਮੂੰਹੋਂ ਜਿਹੜੀ ਵੀ ਗੱਲ ਨਿਕਲਦੀ ਹੈ ਉਹ ਲੌਜਿਕ ਤੋਂ ਬਿਨਾਂ ਨਹੀਂ ਹੁੰਦੀ। ਤੇ ਇਹਦੇ ਉੱਤੇ ਸਾਡੀ ਪ੍ਰਤੀਕਿਰਿਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਇਹ ਹੈ ਕਿ ਸਮਾਰਕ ਬਣੇ, ਵਰਲਡ ਕਲਾਸ ਬਣੇ, ਦੁਨੀਆ ਦੇਖੇ। ਔਰ ਉਹ ਜਿਹੜੀ ਸਮਾਰਕ ਵਾਸਤੇ ਮਾਇਆ ਲੱਗਣੀ ਹੈ ਔਰ ਉੱਥੇ ਸਮੱਗਰੀ ਲੱਗਣੀ ਹੈ ਉਹ ਪਿੰਡ ਪਿੰਡ ਦੇ ਵਿੱਚੋਂ ਇਕੱਠੀ ਹੋ ਕੇ ਜਾਵੇ ਪੂਰੇ ਭਾਰਤ ਦੇ, ਤਾਂ ਜੋ ਇਹ ਜਿਹੜਾ ਅੰਦੋਲਨ ਆਪਾਂ ਕਰ ਰਹੇ ਹਾਂ ਇਹਦਾ ਜਿਹੜਾ ਇਤਿਹਾਸ ਜਦੋਂ ਲਿਖਿਆ ਜਾਵੇ ਤੇ ਬੱਚਾ ਇਹਦੇ ਨਾਲ ਜੁੜਿਆ ਹੋਵੇ। ਇਹ ਸਮਾਰਕ ਜਿਹੜੀ ਹੈ ਬਿਲਕੁਲ ਬਣਨੀ ਚਾਹੀਦੀ ਹੈ ਔਰ ਇਹ ਜਿਹੜੀਆਂ ਯਾਦਾਂ ਨੇ ਸਦੀਆਂ ਤੱਕ ਰਹਿਣੀਆਂ ਨੇ ਜੀ। ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਲਗਾਤਾਰ ਕਿਸਾਨਾਂ ਦੇ ਜਥੇ ਦਿੱਲੀ ਸਰਹੱਦ ਵੱਲ ਜਾ ਰਹੇ ਨੇ। ਅੱਜ ਫਗਵਾੜਾ ਤੋਂ ਕਰੀਬ 100 ਕਿਸਾਨਾਂ ਦਾ ਜਥਾ ਸਿੰਘੂ ਸਰਹੱਦ ਉੱਤੇ ਜਾ ਰਿਹਾ ਹੈ। ਉਹਨਾਂ ਮੁਤਾਬਕ ਅੰਦੋਲਨ ਪ੍ਰਤੀ ਕਿਸਾਨਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ ਅਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਫਗਵਾੜਾ ਤੋਂ ਪ੍ਰਵੀਨ ਬੋਬੀ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ।
ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਨੀ ਨੇ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਮੇਤ ਸਾਰੇ ਭਾਜਪਾ ਲੀਡਰਾਂ ਨੂੰ ਖੇਤੀ ਕਾਨੂੰਨਾਂ ਤੇ ਬਹਿਸ ਦਾ ਸੱਦਾ ਦਿੱਤਾ ਹੈ। ਫਗਵਾੜਾ ਤੋਂ ਦਿੱਲੀ ਸਰਹੱਦ ਲਈ ਇੱਕ ਕਿਸਾਨਾਂ ਦਾ ਜਥਾ ਰਵਾਨਾ ਕਰਨ ਮੌਕੇ ਸਤਨਾਮ ਸਿੰਘ ਸਾਨੀ ਨੇ ਕਿਹਾ ਕਿ ਭਾਜਪਾ ਦੇ ਲੀਡਰ ਕਿਸੇ ਵੀ ਕਿਸਾਨ ਆਗੂ ਨਾਲ ਖੁੱਲ੍ਹੇ ਮੰਚ ਤੇ ਬਹਿਸ ਕਰ ਸਕਦੇ ਨੇ। ਇਸ ਦੌਰਾਨ ਉਹਨਾਂ ਲੀਡਰਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇਗਾ ਕਿ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ। ਸਾਨੀ ਮੁਤਾਬਕ ਕੇਂਦਰ ਸਰਕਾਰ ਪੂਰੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਕੁਝ ਉਦਯੋਗਿਕ ਘਰਾਣਿਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀ ਬੀਜੇਪੀ ਦੇ ਚਾਹੇ ਉਹ ਪੰਜਾਬ ਦਾ ਕੋਈ ਆਗੂ ਹੈ ਜਾਂ ਦੇਸ਼ ਦਾ ਚਾਹੇ ਕੋਈ ਖੇਤੀਬਾੜੀ ਮੰਤਰੀ ਵੀ ਹੈ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੇ ਖੇਤੀਬਾੜੀ ਮੰਤਰੀ ਸਮੇਤ ਬੀਜੇਪੀ ਦੀ ਸਮੂਹ ਲੀਡਰਸ਼ਿਪ ਨੂੰ ਖੁੱਲ੍ਹਾ ਚੈਲੰਜ ਕਰਦੇ ਹਾਂ ਕਿ ਜਿਹੜੇ ਮੀਡੀਆ ਦੇ ਉੱਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਪ੍ਰਚਾਰ ਕਰਦੇ ਆ, ਸਾਡੇ ਕਿਸੇ ਵੀ ਕਿਸਾਨ ਆਗੂ ਨਾਲ ਇੱਕ ਖੁੱਲ੍ਹੇ ਮੰਚ ਦੇ ਉੱਤੇ ਆ ਕੇ ਮੀਡੀਆ ਦੀ ਹਾਜ਼ਰੀ ਵਿੱਚ ਜਦੋਂ ਮਰਜ਼ੀ ਡਿਬੇਟ ਕਰਾ ਲੈਣ। ਜੇ ਤੇ ਅਸੀਂ ਕਿਸਾਨ ਆਗੂ ਖੇਤੀ ਕਾਨੂੰਨਾਂ ਦੇ ਨੁਕਸਾਨ ਜੇ ਦੱਸਣ 'ਚ ਸਫਲ ਹੋ ਜਾਈਏ ਤਾਂ ਇਹ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਜੇ ਬੀਜੇਪੀ ਦੇ ਆਗੂ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਉਹ ਆਪਣੀਆਂ ਦਲੀਲਾਂ ਦੇ ਕੇ ਕਾਇਲ ਕਰਦੇ ਆ ਤੇ ਅਸੀਂ ਕਾਨੂੰਨਾਂ ਆਪਣਾ ਸੰਘਰਸ਼ ਵਾਪਸ ਕਰ ਲੈਣ ਲਈ ਪਾਬੰਦ ਹੋਵਾਂਗੇ। ਲੇਕਿਨ ਜਿਹੜੇ ਬੀਜੇਪੀ ਦੇ ਆਗੂ ਆ ਬੇਸ਼ਰਮ ਹੋ ਕੇ ਪਿਛਲੇ 1 ਸਾਲ ਤੋਂ ਖੇਤੀ ਕਾਨੂੰਨਾਂ ਦੇ ਲਾਭ ਗਿਣਾ ਰਹੇ ਆ, ਜਦ ਕਿ ਸਾਰਾ ਦੇਸ਼ ਜਾਣਦਾ, ਸਾਰੀ ਦੁਨੀਆ ਜਾਣਦੀ ਆ ਕਿ ਇਹ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ, ਸਗੋਂ ਕਾਰਪੋਰੇਟ ਸੈਕਟਰ ਨੂੰ ਇਹਦਾ ਫਾਇਦਾ ਹੋਣਾ, ਕਿਸਾਨੀ ਦੀ ਮੌਤ ਹੋਣੀ ਹੈ, ਕਿਸਾਨਾਂ ਦਾ ਵੱਡਾ ਨੁਕਸਾਨ ਹੋਣਾ, ਦੇਸ਼ ਦੀ ਕਿਸਾਨੀ ਜਿਹੜੀ ਆ ਉਹ ਖਤਮ ਹੋਣੀ ਇਹਨਾਂ ਕਾਨੂੰਨ ਜਦੋਂ ਲਾਗੂ ਹੋ ਗਿਆ। ਇਸ ਕਰਕੇ ਬੜਾ ਭਾਰੀ ਉਤਸ਼ਾਹ ਆ ਦੇਸ਼ ਦੀ ਕਿਸਾਨੀ ਨੇ ਤਹਈਆ ਕੀਤਾ ਹੋਇਆ ਕਿ ਜਿੰਨਾ ਚਿਰ ਇਹ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਕਿਸਾਨ ਅੰਦੋਲਨ ਪਿੱਛੇ ਨਹੀਂ ਹਟੇਗਾ। ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਭਾਜਪਾ ਦੇ ਲੀਡਰਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਸ਼੍ਰੀ ਗੰਗਾਨਗਰ ਤੋਂ ਸਾਹਮਣੇ ਆਇਆ, ਜਿੱਥੇ ਕਿਸਾਨਾਂ ਨੇ ਭਾਜਪਾ ਆਗੂ ਕੈਲਾਸ਼ ਮੇਘਵਾਲ ਨੂੰ ਘੇਰ ਲਿਆ ਅਤੇ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ। ਇਸ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕਰ ਦਿੱਤਾ। ਇਸ ਲਾਠੀਚਾਰਜ 'ਚ ਕਈ ਕਿਸਾਨਾਂ ਦੇ ਸੱਟਾਂ ਵੱਜੀਆਂ ਅਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਘਟਨਾ ਕਾਰਨ ਸ਼੍ਰੀ ਗੰਗਾਨਗਰ ਦਾ ਮਾਹੌਲ ਕਾਫੀ ਦੇਰ ਤੱਕ ਤਣਾਅਪੂਰਨ ਬਣਿਆ ਰਿਹਾ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ੀ ਘਟਨਾ ਸਾਹਮਣੇ ਆਈ ਹੈ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ, ਜਿੱਥੇ ਕਿਸਾਨਾਂ ਨੇ ਭਾਜਪਾ ਆਗੂ ਕੈਲਾਸ਼ ਮੇਘਵਾਲ ਨੂੰ ਘੇਰ ਲਿਆ ਅਤੇ ਖਿੱਚ ਧੂਹ 'ਚ ਮੇਘਵਾਲ ਦੇ ਕੱਪੜੇ ਤੱਕ ਫਟ ਗਏ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਸਾਨਾਂ ਉੱਤੇ ਲਾਠੀ ਚਾਰਜ ਕਰ ਦਿੱਤਾ। ਇਸ ਲਾਠੀ ਚਾਰਜ ਦੇ ਵਿੱਚ ਕਈ ਕਿਸਾਨਾਂ ਦੇ ਸੱਟਾਂ ਵੱਜੀਆਂ ਅਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਬੜੀ ਮੁਸ਼ੱਕਤ ਨਾਲ ਕੈਲਾਸ਼ ਮੇਘਵਾਲ ਨੂੰ ਕਿਸਾਨਾਂ ਦੇ ਘੇਰੇ ਵਿੱਚੋਂ ਕੱਢਿਆ ਅਤੇ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ। कैलाश मेघवाल जल्दी कैलाश मेघवाल जल्दी ਧਿਆਨਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਮਲੋਟ ਸ਼ਹਿਰ ਵਿੱਚ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ।
ਉਸ ਸਮੇਂ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ 250 ਤੋਂ 300 ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਸੀ। ਉਧਰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਵੀ ਉਸ ਸਮੇਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਜਾ ਰਹੇ ਸਨ। ਕਿਸਾਨ ਜਥੇਬੰਦੀਆਂ ਨੂੰ ਜਦ ਇਸ ਬਾਰੇ ਖਬਰ ਮਿਲੀ ਤਾਂ ਉਹਨਾਂ ਨੇ ਤਲਵੰਡੀ ਸਾਬੋ ਵਿਖੇ ਵਿਜੇ ਸਾਂਪਲਾ ਨੂੰ ਘੇਰਨ ਦਾ ਪ੍ਰੋਗਰਾਮ ਬਣਾ ਲਿਆ। ਇਸ ਦੌਰਾਨ ਪੁਲਿਸ ਨੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ। ਕਿਸਾਨਾਂ ਨੇ ਵਿਜੇ ਸਾਂਪਲਾ ਦੇ ਕਾਫਲੇ ਨੂੰ ਵੇਖ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਉਹਨਾਂ ਉੱਤੇ ਹਲਕੇ ਬਲ ਦਾ ਇਸਤੇਮਾਲ ਕੀਤਾ। ਕੁਝ ਕਿਸਾਨਾਂ ਵੱਲੋਂ ਪੁਲਿਸ ਕਰਮੀਆਂ ਦੀਆਂ ਲਾਠੀਆਂ ਵੀ ਖੋਹ ਲਈਆਂ ਗਈਆਂ ਪਰ ਬੀਜੇਪੀ ਲੀਡਰ ਆਪਣੀ ਗੱਡੀ ਚੋਂ ਬਾਹਰ ਨਹੀਂ ਨਿਕਲੇ। ਇਸ ਦੇ ਨਾਲ ਹੀ ਕੁਝ ਨੌਜਵਾਨਾਂ ਵੱਲੋਂ ਸਾਂਪਲਾ ਦੀ ਗੱਡੀ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਉੱਥੋਂ ਨਿਕਲਣ ਵਿੱਚ ਸਫਲ ਹੋ ਗਏ। ਇੱਥੇ ਅੱਜ ਸਾਨੂੰ ਕਿਸਾਨਾਂ ਵੀਰਾਂ ਤੋਂ ਪਤਾ ਲੱਗਾ ਮੌਕੇ ਤੇ ਵੀ ਮਤਲਬ ਵਿਜੇ ਸਾਂਪਲਾ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਨਾ ਕਿ ਅੱਗੇ ਦਾਦੂ ਚਾਲੇ ਜਾ ਰਹੇ ਆ। ਇੱਥੇ ਅਸੀਂ ਕਿਸਾਨ ਵੀਰਾਂ ਦਾ ਇਕੱਠੇ ਹੋ ਕੇ ਅਸੀਂ ਇੱਥੇ ਥਾਣਾ ਚੌਂਕ ਦੇ ਧਰਨਾ ਦੇਣਾ ਸੀ ਜੋ ਕਿ ਕਿਸਾਨ ਬਹੁਤ ਘੱਟ ਸੀਗੇ। ਸਾਨੂੰ ਮੌਕੇ ਤੇ ਪਤਾ ਲੱਗਿਆ, ਸਾਥੋਂ ਵੀ ਨਹੀਂ ਪਹੁੰਚਿਆ ਗਿਆ, ਅਸੀਂ ਹੁਣ ਪਹੁੰਚੇ ਹਾਂ ਪਰ ਹੁਣ ਸਾਨੂੰ ਸਮਾਂ ਪਤਾ ਲੱਗਿਆ ਵੀ ਇਹ ਕਹਿੰਦੇ ਵਾਪਸ ਵੀ ਇਹੀ ਰਸਤੇ ਲੈ ਕੇ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਤੇ ਅਸੀਂ ਹੁਣ ਕਿਸਾਨ ਇੱਥੋਂ ਹਲਕੇ ਦੇ ਵਿੱਚੋਂ ਇਕੱਠੇ ਹੋ ਰਹੇ ਹਾਂ 150-200 ਕਿਸਾਨ। ਪਰ ਹੁਣ ਸਾਡੀ ਮੰਗ ਹੈ ਵੀ ਅਸੀਂ ਇੱਥੋਂ ਵਾਪਸ ਨਹੀਂ ਆਉਣ ਦਿੰਦੇ, ਸਾਡੇ ਉੱਦੀ ਗੱਡੀਆਂ ਲੰਘ ਸਕਦੀਆਂ। ਅਸੀਂ ਹੁਣ ਸਾਡੀ ਇਹੀ ਕਿਸਾਨਾਂ ਦੀ ਹੋਰ ਵੀਰਾਂ ਨੂੰ ਬੇਨਤੀ ਹੈ ਵੀ ਇਕੱਠੇ ਹੋ ਵੀ ਦੁਬਾਰਾ ਨਾ ਇੱਥੋਂ ਦੀ ਆ ਜਾਓ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਬੰਨਿਓ ਜਦੋਂ ਸਾਨੂੰ ਤੜਕੇ ਮੈਂ ਇੱਥੇ ਤਲਵੰਡੀ ਦੇ ਵਿੱਚ ਹੀ ਹਾਜ਼ਰ ਸੀਗਾ ਕੋਈ ਆਪਦੇ ਨਿੱਜੀ ਕੰਮ ਦੇ ਤੌਰ ਤੇ, ਜਦੋਂ ਸਾਨੂੰ ਫੋਨ ਆਉਂਦਾ ਸਾਡੇ ਵਰਕਰਾਂ ਦਾ ਉਧਰੋਂ ਵੀ ਐਂ ਕਰਕੇ ਵਿਜੇ ਸਾਂਪਲਾ ਜਿਹੜਾ ਬੀਜੇਪੀ ਦਾ ਲੀਡਰ ਹੈ ਉਹ ਤਲਵੰਡੀ ਪਹੁੰਚ ਰਿਹਾ ਹੈ, ਤੁਸੀਂ ਉਹਦੇ ਵਾਸਤੇ ਜਿਹੜਾ ਕੀ ਕੁਛ ਕਰ ਰਹੇ ਹੋ। ਸਾਨੂੰ ਜਦੋਂ ਇਸ ਖਬਰ ਦੀ ਭਿਣਕ ਲੱਗਦੀ ਹੈ ਤਾਂ ਅਸੀਂ ਨਾਲ ਦੀ ਨਾਲ ਆਪਦੇ ਪਿੰਡਾਂ ਨੂੰ ਸਾਰਿਆਂ ਨੂੰ ਫੋਨ ਕਰਦੇ ਹਾਂ। ਹਾਲਾਂਕਿ ਉਹਨਾਂ ਨੇ ਉਦੋਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਬਠਿੰਡੇ ਤੋਂ ਉਹ ਜਿਹੜੇ ਤਲਵੰਡੀ ਨੂੰ ਚੱਲ ਪਏ ਆ। ਉਨੇ ਟਾਈਮ 'ਚ ਅਸੀਂ ਜਿੰਨੇ ਸਾਡੇ ਵਰਕਰ ਆਗੂ ਇਕੱਠੇ ਹੋਏ ਅਸੀਂ ਇਕੱਠੇ ਕਰਕੇ ਉਹਨੂੰ ਦਸਮੇਸ਼ ਸਕੂਲ ਕੋਲੇ ਉਹਨਾਂ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ ਹੈ। ਇੱਥੋਂ ਦਾ ਘਟੀਆ ਪੁਲਿਸ ਪ੍ਰਸ਼ਾਸਨ ਸਾਡਾ ਅੱਜ ਨਵਾਂ ਡਿਪਟੀ ਸਾਹਿਬ ਨੇ ਜੁਆਇਨ ਕੀਤਾ ਹੈ। ਉਹਨਾਂ ਨੇ ਆਪਦੀ ਘਟੀਆ ਹਰਕਤ ਉਹ ਇੱਥੋਂ ਦੇ ਲੋਕਾਂ ਨੂੰ ਇੱਥੇ ਦਿਖਾਤੀ ਵੀ ਉਹਨਾਂ ਨੇ ਉੱਥੇ ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਚੱਕ ਸੜਕ ਤੋਂ ਪਾਸੇ ਸਿੱਟਿਆ, ਉਹਨਾਂ ਨਾਲ ਧੱਕਾ ਮੁੱਕੀ ਕੀਤੀ। ਇਹੋ ਜਿਹੀਆਂ ਘਟੀਆਂ ਹਰਕਤਾਂ ਇੱਥੋਂ ਦਾ ਪ੍ਰਸ਼ਾਸਨ ਕਰਦਾ ਹੈ ਕਿ ਉਹਨੂੰ ਇੱਥੋਂ ਕੱਢ ਕੇ ਲੈ ਜਾਂਦਾ ਹੈ। ਇਹਦਾ ਕਰਕੇ ਅਸੀਂ ਦੀ ਸਖਤ ਨਿਖੇਧੀ ਕਰਦੇ ਹਾਂ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ 'ਚ ਅੱਜ 7 ਸਿਆਸੀ ਪਾਰਟੀਆਂ ਦੇ ਇੱਕ ਸਾਂਝੇ ਵਫਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਵਫਦ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਸਰਕਾਰ ਤੇ ਸੰਸਦ ਅੰਦਰ ਕਿਸਾਨਾਂ ਤੇ ਪੈਗਾਸਸ ਜਸੂਸੀ ਦੇ ਮੁੱਦੇ ਤੇ ਚਰਚਾ ਦਾ ਦਬਾਅ ਬਣਾਇਆ ਜਾਵੇ। ਉਹਨਾਂ ਰਾਸ਼ਟਰਪਤੀ ਨੂੰ ਖੇਤੀ ਮਸਲੇ ਤੇ ਤੁਰੰਤ ਹੱਲ ਅਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੇ ਜਾਣ ਦੇ ਵਿਸ਼ੇ ਨੂੰ ਲੈ ਕੇ ਮੰਗ ਪੱਤਰ ਸੌਂਪਿਆ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਸਰਕਾਰ ਕਿਸਾਨਾਂ ਦਾ ਮੁੱਦਾ ਹੱਲ ਕਰਨ ਵਿੱਚ ਫੇਲ ਹੋ ਗਈ ਤਾਂ ਸੰਸਦ ਅੰਦਰ ਐਮਪੀਜ਼ ਦੀ ਇੱਕ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ। ਉਹਨਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। देखिए, लगातार 2 हफ्तों से सारा विपक्ष देश की सरकार से 2 मांगे रख रहा है कि जो लोगों के जरूरी मुद्दे हैं, जो देश के जरूरी मुद्दे हैं, उन पे विपक्ष को बोलना दिया जाए। और लगातार रोज इन दोनों मुद्दों पे, किसानी के मुद्दे पे और जो जासूसी का मुद्दा है, इस पे रोज सारी विपक्षी पार्टियां अपना एडजॉर्नमेंट मोशन दे रही है। लेकिन जिस सरकार का दायित्व होता है कि वो पार्लियामेंट को चलाएं, वो लगातार ये दोनों मुद्दों को स्टोन वॉल करके चर्चा का समा ही नहीं नियुक्त कर रही है। सारे जने छोटी पार्टियां इकट्ठे होकर राष्ट्रपति जी से यही मांग करने आए हैं कि सरकार पे दबाव पाया जाए कि संसद चले, लोगों के मुद्दे एड्रेस हो। और जो ये सरकार कहती है एक आधे राज्य तक सीमित है, तो आज ये देश के कोने कोने से हम एमपीज अपने लोगों की बात लेके, ये देश भर के किसान का मुद्दा है। देश की नेशनल सिक्योरिटी का जो जासूसी का मुद्दा है, ये भी एक बहुत बड़ा अहम मुद्दा है। क्यों सरकार इन दोनों चीजों से भाग रही है, किसान की क्यों नहीं सुन रही है? तो इसलिए हमने राष्ट्रपति जी को अपील किया कि आप सरकार पे दबाव पाइए कि एक जॉइंट सेलेक्ट कमेटी आप बना दीजिए राज्यसभा लोकसभा के एमपीज पे। जो सरकार फेल हो चुकी है किसान के मुद्दे को सुलझाने में, तो एमपीज को बीच में डालिए। जब 500 किसान मर चुके हैं तो 2024 तक कितने और हजार हम मारना चाहते हैं? सरकार कितने हजार किसान मारना चाहती है? तो आप नहीं संभाल पा रहे मुद्दे को, एक सेलेक्ट कमेटी बनाइए और हमको बीच में डालिए ताकि हम इस मुद्दे को संभाले, ये काले कानून वापस किए जाए।
ਪੰਜਾਬ ਦੇ ਕਿਸਾਨ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਵੱਡਾ ਅੰਦੋਲਨ ਸ਼ੁਰੂ ਕਰਨਗੇ। ਸੂਬੇ ਦੇ ਗੰਨਾ ਕਿਸਾਨਾਂ ਨੇ ਕੈਪਟਨ ਸਰਕਾਰ ਨੂੰ ਪੰਜਾਬ ਨੂੰ ਵੀ ਦਿੱਲੀ ਬਣਾ ਦੇਣ ਦੀ ਚੇਤਾਵਨੀ ਦਿੱਤੀ ਹੈ। ਗੁਰਦਾਸਪੁਰ ਵਿਖੇ ਇੱਕ ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਗੰਨੇ ਦੇ ਫਸਲ ਦੀ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦਕਿ ਡੀਜ਼ਲ, ਪੈਟਰੋਲ ਅਤੇ ਖਾਦਾਂ ਦਾ ਰੇਟ 2 ਗੁਣਾ ਤੱਕ ਵੱਧ ਗਿਆ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 20 ਅਗਸਤ ਤੱਕ ਗੰਨੇ ਦਾ ਰੇਟ ਨਾ ਵਧਾਇਆ ਤਾਂ ਉਸ ਤੋਂ ਬਾਅਦ ਇੱਕ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਚੰਡੀਗੜ੍ਹ ਤੇ ਦਿੱਲੀ ਦੇ ਮੁੱਖ ਮਾਰਗ ਜਾਮ ਕਰ ਦਿੱਤੇ ਜਾਣਗੇ ਅਤੇ ਕੈਪਟਨ ਸਰਕਾਰ ਖਿਲਾਫ ਪੱਕਾ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਕਿਸੇ ਹੱਕ ਇੱਥੇ ਰੱਖ ਗੰਨੇ ਦਾ 450 ਰੇਟ ਲੈ ਕੇ ਰਹਾਂਗੇ। ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕੋ ਹੀ ਕੀਮਤ ਉੱਤੇ ਵਿਕ ਰਹੇ ਗੰਨੇ ਦੀ ਫਸਲ ਦਾ ਰੇਟ ਵਧਾਉਣ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ। ਇਸ ਸੰਬੰਧੀ ਗੁਰਦਾਸਪੁਰ 'ਚ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਗੰਨੇ ਦੀ ਫਸਲ ਦੇ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦਕਿ ਡੀਜ਼ਲ, ਪੈਟਰੋਲ ਅਤੇ ਖਾਦਾਂ ਦੇ ਰੇਟ 2 ਗੁਣਾ ਵੱਧ ਗਏ ਨੇ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 20 ਅਗਸਤ ਤੱਕ ਗੰਨੇ ਦਾ ਰੇਟ ਨਾ ਵਧਾਇਆ ਤਾਂ ਉਸ ਤੋਂ ਬਾਅਦ ਇੱਕ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਚੰਡੀਗੜ੍ਹ ਤੇ ਦਿੱਲੀ ਦੇ ਮੁੱਖ ਮਾਰਗ ਜਾਮ ਕਰ ਦਿੱਤੇ ਜਾਣਗੇ। ਉਹਨਾਂ ਮੁਤਾਬਕ ਜੇਕਰ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਪੰਜਾਬ ਵਿੱਚ ਵੀ ਦਿੱਲੀ ਵਾਂਗ ਪੱਕਾ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਵੇਖੋ ਜੀ, ਅੱਜ ਦੀ ਮੀਟਿੰਗ ਜਿਹੜੀ ਕੀਤੀ ਗਈ ਵੀ ਸਾਡਾ 3-4 ਸਾਲ ਤੋਂ ਗੰਨੇ ਦਾ ਰੇਟ ਜਿਹੜਾ ਇੱਕੋ ਜਗ੍ਹਾ ਤੇ ਖੜਾ ਤੇ ਡੀਜ਼ਲ, ਪੈਟਰੋਲ, ਖਾਦਾਂ ਹਰ ਚੀਜ਼ ਦਾ ਰੇਟ ਜਿਹੜਾ ਉਹ ਡਬਲ ਹੋ ਗਿਆ। ਇਸ ਸੰਬੰਧ ਵਿੱਚ ਅੱਜ ਮੀਟਿੰਗ ਕੀਤੀ ਗਈ ਹਰਚਵਾਲ ਵਿਖੇ ਤੇ ਮੀਟਿੰਗ ਵਿੱਚ ਇਹ ਤੈਅ ਹੋਇਆ ਵਾ ਵੀ 20 ਅਗਸਤ ਤੱਕ ਜੇ ਸਰਕਾਰ ਨੇ ਗੰਨੇ ਦਾ ਰੇਟ ਨਾ ਵਧਾਇਆ ਤੇ 20 ਅਗਸਤ ਨੂੰ ਵੱਡਾ ਹਾਈਵੇ ਡੱਕਾਂਗੇ। ਹੋ ਸਕਦਾ ਫਗਵਾੜੇ ਡੱਕ ਦਈਏ ਤੇ ਜਿੱਥੇ ਸਾਨੂੰ ਵਧੀਆ ਪੁਆਇੰਟ ਲੱਗਾ, ਲਗਭਗ ਸਾਡਾ ਇਹੋ ਮੂਡ ਆ ਵੀ ਫਗਵਾੜੇ ਡੱਕਾਂਗੇ ਤੇ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਆ। ਮੇਰੀ ਟੋਟਲ ਜਥੇਬੰਦੀਆਂ ਨਾਲ ਗੱਲਬਾਤ ਹੋ ਗਈ ਆ, ਜਿੰਨੀਆਂ ਦੁਆਬੇ ਦੀਆਂ ਜਥੇਬੰਦੀਆਂ ਤੇ ਜਿੰਨੀਆਂ ਮਾਲਵੇ ਦੀਆਂ, ਸਾਰੀਆਂ ਸਾਡੀਆਂ 32 ਦੀਆਂ 32 ਪੰਜਾਬ ਦੀਆਂ ਜਥੇਬੰਦੀਆਂ ਨਾਲ ਪੂਰੀ ਗੱਲਬਾਤ ਕਰਕੇ ਅੱਜ ਇਹ ਮੀਟਿੰਗ ਕੀਤੀ ਆ। ਮੀਟਿੰਗ ਤੋਂ ਬਾਅਦ 'ਚ 20 ਅਗਸਤ ਤੱਕ ਇਹ ਸਰਕਾਰ ਨੂੰ ਅਲਟੀਮੇਟਮ ਆ। 20 ਅਗਸਤ ਤੱਕ ਜੇ ਗੰਨੇ ਦਾ ਰੇਟ ਨਹੀਂ ਵਧਾਉਂਦੇ ਤੇ 20 ਅਗਸਤ ਨੂੰ ਅਸੀਂ ਵੱਡਾ ਸੰਘਰਸ਼ ਸ਼ੁਰੂ ਕਰਾਂਗੇ। ਉਹਨਾਂ ਚਿਰ ਫਿਰ ਸੰਘਰਸ਼ ਜਿਹੜਾ ਸਾਡਾ ਚੱਲਦਾ ਰਹੂਗਾ। ਦਿੱਲੀ ਬਣਾ ਦਾਂਗੇ ਪੰਜਾਬ ਨੂੰ, ਜਿੰਨਾ ਚਿਰ ਸਾਡਾ ਗੰਨੇ ਦਾ ਰੇਟ ਇਹਨਾਂ ਨੇ ਸਹੀ ਨਾ ਕੀਤਾ। ਕੋਈ ਬਕਾਇਆ ਵੀ ਹੈ ਗੰਨੇ ਦਾ? ਵੇਖੋ, ਗੰਨੇ ਦਾ ਬਕਾਇਆ ਜਿਹੜੇ ਆ ਪੇਮੈਂਟ ਆ ਪ੍ਰਾਈਵੇਟ ਜਾਂ ਸਰਕਾਰੀ ਮਿੱਲਾਂ ਵਾਲੇ ਰਹਿੰਦੀਆਂ, ਉਹ ਵੀ ਇਹਨਾਂ ਨੂੰ 20 ਅਗਸਤ ਤੱਕ ਦਾ ਟਾਈਮ ਦਿੱਤਾ ਵੀ 20 ਅਗਸਤ ਤੋਂ ਪਹਿਲਾਂ ਸਾਡੀਆਂ ਪੇਮੈਂਟਾਂ ਜਿਹੜੀਆਂ ਕਲੀਅਰ ਕੀਤੀਆਂ ਜਾਣ, ਸਰਕਾਰੀ ਵੀ ਤੇ ਪ੍ਰਾਈਵੇਟ ਵੀ। ਤੇ ਜਿਹੜੇ ਗੰਨੇ ਦਾ ਰੇਟ ਵਾ ਘੱਟੋ ਘੱਟ ਸਾਡੀ ਮੰਗ ਜਿਹੜੀ ਆ 400 ਰੁਪਈਆ, 400 ਰੁਪਈਏ ਤੋਂ ਘੱਟ 1 ਰੁਪਈਆ ਨਹੀਂ ਲਵਾਂਗੇ, ਕਿਉਂਕਿ ਖਾਦ ਦਾ, ਦਵਾਈ ਦਾ, ਪੈਟਰੋਲ ਦਾ, ਡੀਜ਼ਲ ਦਾ ਰੇਟ ਜਿਹੜਾ ਹਰ ਡਬਲ ਹੋ ਗਿਆ। ਦੇਖੋ, ਅੱਜ ਇੱਥੇ ਮਾਝਾ ਸੰਘਰਸ਼ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਜਿਹੜੀ ਆਪਣੀ ਉਹ ਇਕੱਠੀ ਹੋਈ ਹੈ। ਬਾਕੀ ਸਾਡੀ ਜਿਹੜੀ ਹੈ ਪਹਿਲਾਂ ਉੱਥੇ ਹੀ ਦਿੱਲੀ ਤੋਂ ਸਲਾਹ ਕਰਕੇ ਆਏ ਹਾਂ। 32 ਜਥੇਬੰਦੀਆਂ ਨਾਲ ਸਾਰੀ ਗੱਲਬਾਤ ਕੀਤੀ, ਮਾਲਵੇ ਦੀਆਂ, ਦੁਆਬੇ ਦੀਆਂ ਸਾਰੀ ਜਥੇਬੰਦੀਆਂ ਸਾਡੇ ਨਾਲ। ਅਸੀਂ ਗੰਨੇ ਦੇ ਰੇਟ ਬਾਰੇ ਇਕੱਠੇ ਹੋਏ ਹਾਂ ਕਿ 4-5 ਸਾਲ ਤੋਂ ਪਿੱਛੇ ਗੰਨੇ ਦਾ ਰੇਟ ਇੱਕ ਹੀ ਹੈ, ਕੋਈ ਵਧਿਆ ਨਹੀਂ ਗਾ ਤੇ ਬਾਕੀ ਖਰਚੇ ਜਿਹੜੇ ਡੀਜ਼ਲ, ਪੈਟਰੋਲ, ਖਾਦਾਂ ਦੇ ਬਹੁਤ ਜ਼ਿਆਦਾ ਵਧੇ। ਅਸੀਂ ਸਰਕਾਰ ਨੂੰ ਇਹੀ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਸਾਡਾ 20 ਅਗਸਤ ਤੱਕ ਰੇਟ ਦਾ ਜਿਹੜਾ ਅਸੀਂ 400 ਦੀ ਮੰਗ ਕਰਦੇ ਹਾਂ, ਸਾਡਾ 400 ਰੁਪਇਆ ਰੇਟ ਕੀਤਾ ਜਾਵੇ। ਜੇ ਅਗਰ 20 ਅਗਸਤ ਤੱਕ ਨਹੀਂ ਹੁੰਦਾ, ਅਸੀਂ ਫਗਵਾੜਾ ਹਾਈਵੇ ਬਾਈਪਾਸ ਬੰਦ ਕਰਾਂਗੇ, ਉਹਨੂੰ ਦਿੱਲੀ ਦਾ ਰੂਪ ਦਿਆਂਗੇ। ਦਿੱਲੀ ਵਾਲਾ ਹਾਈਵੇ ਵੀ ਬੰਦ ਕਰ ਦਿਆਂਗੇ ਤੇ ਚੰਡੀਗੜ੍ਹ ਵਾਲਾ ਵੀ। ਉਹਨਾਂ ਚਿਰ ਸਾਡਾ ਕੋਈ ਜਥੇਬੰਦੀ ਉੱਥੋਂ ਹਿੱਲੇਗੀ ਨਹੀਂ ਜਿੰਨਾ ਚਿਰ ਸਾਡਾ ਰੇਟ 400 ਰੁਪਇਆ ਨਹੀਂ ਹੁੰਦਾ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਹ ਫੈਸਲਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਕੈਪਟਨ ਸਰਕਾਰ ਨੂੰ ਗੰਨੇ ਦੀ ਕੀਮਤ 'ਚ ਵਾਧਾ ਨਾ ਕਰਨ ਉੱਤੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਬੇਦਬੀ ਤੇ ਗੋਲੀकांड ਨੂੰ ਚੋਣਾਂ ਦਾ ਫਾਇਦਾ ਲੈਣ ਲਈ ਸਿਆਸੀ ਮੁੱਦਾ ਬਣਾਉਣ ਤੇ ਕੋਟਕਪੁਰਾ ਤੇ ਬਹਿਬਲ ਕਲਾ ਦੇ ਪੀੜਤਾਂ ਨੇ ਸਖਤ ਇਤਰਾਜ਼ ਜਤਾਇਆ। ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਪਰਿਵਾਰਾਂ ਨੇ ਕਿਹਾ ਕਿ 2017 'ਚ ਕੈਪਟਨ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਦੋਸ਼ੀਆਂ ਨੂੰ 6 ਮਹੀਨੇ ਅੰਦਰ ਸਜ਼ਾ ਦਿਵਾਉਣ ਦੀ ਗੱਲ ਆਖੀ ਸੀ। ਅੱਜ ਸਰਕਾਰ ਦੇ 4.5 ਸਾਲ ਬੀਤਣ ਦੇ ਬਾਅਦ ਨਵਜੋਤ ਸਿੰਘ ਸਿੱਧੂ ਫਿਰ ਉਹੀ ਵਾਅਦੇ ਦੁਹਰਾ ਰਹੇ ਨੇ, ਜਿਨ੍ਹਾਂ ਤੇ ਕਾਂਗਰਸ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ। ਪੀੜਤ ਸੁਖਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਟਵਿੱਟਰ ਤੇ ਫੇਸਬੁੱਕ ਉੱਤੇ ਹੀ ਇਨਸਾਫ ਦੇਣ ਦੀ ਗੱਲ ਕਰ ਰਹੇ ਨੇ। ਅਸਲ 'ਚ ਉਹਨਾਂ ਦੀ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਸਰਕਾਰ ਦੇ ਬਾਕੀ ਬਚਦੇ ਸਮੇਂ 'ਚ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
ਤੁਸੀਂ ਉਹਨਾਂ ਹੋਰ ਮੁੱਦਿਆਂ ਤੇ ਰਾਜਨੀਤੀ ਕਰ ਸਕਦੇ ਹੋ, ਪਰ ਪੰਜਾਬ ਦਾ ਦੁਖਾਂਤ ਦਰਦ ਤੁਸੀਂ ਇਹਦੇ ਤੇ ਵਾਰ-ਵਾਰ ਰਾਜਨੀਤੀ ਨਾ ਕਰੋ। ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦਾ ਕੰਮ ਜਿਹੜਾ ਕਰਦੇ ਹੋ ਨਾ ਕਰੋ, ਕਿਉਂਕਿ ਪਿੱਛੇ ਜਿਹੜੇ ਜਦੋਂ ਪ੍ਰਧਾਨਾਂ ਦੀ ਚੋਣ ਹੁੰਦੀ ਆ ਤਾਂ ਨਵਜੋਤ ਸਿੱਧੂ ਦੇ ਟਵੀਟ ਬਹੁਤ ਚੱਲਦੇ ਆ। 4.5 ਸਾਲ ਦਾ ਸਮਾਂ ਉਹ ਘਰੇ ਬਿਤਾਉਂਦੇ ਆ ਤੇ ਹੁਣ ਉਹਨਾਂ ਦੇ ਟਵੀਟ ਚੱਲਦੇ ਆ। ਟਵੀਟਾਂ ਤੋਂ ਬਾਅਦ ਪ੍ਰਧਾਨਗੀ ਮਿਲਦੀ ਆ ਤੇ ਪ੍ਰਧਾਨਗੀ ਦੇ ਵਿੱਚ ਉਸ ਜਿਹੜੀ ਤਾਜਪੋਸ਼ੀ ਹੁੰਦੀ ਆ ਤਾਂ ਉਹਦੇ ਵਿੱਚ ਸਾਬਕਾ ਪ੍ਰਧਾਨ ਗੱਲ ਕਹਿੰਦੇ ਆ ਸੁਨੀਲ ਜਾਖੜ ਕਿ ਜੇ ਸਿਆਸਤ ਕਰਨੀ ਆ ਤਾਂ ਉਹ ਬਗਰਾੜੀ ਤੇ ਬਹਿਵਲ ਤੋਂ ਸ਼ੁਰੂ ਹੁੰਦੀ ਆ। ਅਸੀਂ ਸਿਆਸਤ ਲਈ ਰਹਿ ਕੇ ਤੁਹਾਡੇ ਵਾਸਤੇ ਸਾਡੇ ਬਾਪੂ ਦਾ ਮੇਰੇ ਦਾ ਕਤਲ ਕਰਤਾ, ਇਹਨਾਂ ਦੇ ਜਵਾਕ ਦਾ ਕਤਲ ਕਰਤਾ, ਕੀ ਕਸੂਰ ਸੀਗਾ? ਤੁਸੀਂ ਅੱਜ ਸਿਆਸਤ ਕਰਦੇ ਹੋ ਤੇ ਉਹ ਵੀ ਇੱਕ ਲਾਸ਼ਾਂ ਦੇ ਉੱਤੇ। ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇਦਾਂ ਦੀਆਂ ਘਟੀਆ ਰਾਜਨੀਤੀ ਦੇ ਉੱਪਰ। ਇਹਨਾਂ ਨੂੰ ਕਦੇ ਇਹਨਾਂ ਨਾਲ ਦਰਦ ਪੁੱਛ ਕੇ ਦੇਖੋ ਵੀ ਇੱਕ ਜਵਾਨ ਮੁੰਡਾ ਘਰੋਂ ਚੱਲ ਜਾਣਾ 25-24 ਸਾਲਾਂ ਦਾ, ਜਿਹਦੇ ਸਿਰ ਤੇ ਉਹਨਾਂ ਨੇ ਜ਼ਿੰਦਗੀ ਕੱਢਣੀ ਆ, ਜੋ ਦਰ ਦੀਆਂ ਠੋਕਰਾਂ ਤੁਹਾਡੇ ਮੂਹਰੇ ਹੱਥ ਫੈਲਾਉਂਦੇ ਫਿਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ। ਪਰ ਤੁਸੀਂ ਇਨਸਾਫ ਤਾਂ ਕੀ ਕਰਨਾ ਸੀ, ਤੁਸੀਂ ਉੱਤੇ ਰਾਜਨੀਤੀ ਫਿਰ ਸ਼ੁਰੂ ਕਰ ਲਈ 2022 ਦਾ ਮੁੱਦਾ ਲੈ ਕੇ। ਜਦੋਂ ਸਾਨੂੰ ਕੁਰਸੀ ਨਹੀਂ ਮਿਲਦੀ ਉਦੋਂ ਅਸੀਂ ਟਵਿੱਟਰ ਤੇ ਫੇਸਬੁੱਕ ਦੀ ਵਰਤੋਂ ਕਰੀ ਜਾਂਦੇ ਆ। ਟਵਿੱਟਰ ਤੇ ਫੇਸਬੁੱਕਾਂ ਨੇ ਅੱਜ ਤੱਕ ਇਨਸਾਫ ਲੈ ਕੇ ਦਿੱਤਾ? ਪਹਿਲੀ ਕੈਬਨਿਟ ਦੇ ਵਿੱਚ ਇਹੀ ਨਵਜੋਤ ਸਿੱਧੂ ਕੈਪਟਨ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਆ ਤਾਂ ਹਿੰਦੁਸਤਾਨ ਟਾਈਮਜ਼ ਦੀ ਖਬਰ ਆ ਜਿਹ 'ਚ ਕਹਿੰਦੇ ਆ ਕਿ ਕੈਪਟਨ ਨੇ ਕਿਹਾ ਕਿ ਲਾਸਟ 6 ਮਹੀਨਿਆਂ ਦੇ ਵਿੱਚ ਉਹ ਨਿਆਂ ਕਰਨਗੇ ਇਸ ਇਸ਼ੂ ਦਾ। ਤਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਪਹਿਲੇ 6 ਮਹੀਨਿਆਂ ਦਾ ਤੇ ਅਖੀਰਲੇ 6 ਮਹੀਨਿਆਂ ਦੇ ਵਿੱਚ ਨਿਆਂ ਕਰਨ ਦੀ ਗੱਲ ਕਰਦੇ ਆ। 4.5 ਸਾਲ ਸਿੱਧੂ ਘਰੇ ਬੰਦ ਰਹਿੰਦੇ ਆ, ਉਦੋਂ ਨਹੀਂ ਬੋਲਦੇ। ਅੱਜ ਕੁਰਸੀ ਮਿਲਦੀ ਆ, ਕੁਰਸੀ ਦੇ ਉੱਪਰ ਫਿਰ ਰਾਜਨੀਤੀ ਦੇ ਲਈ ਨਵਾਂ ਇਸ਼ੂ ਕ੍ਰੀਏਟ ਕਰਕੇ ਉਹੀ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕਰਦੇ ਆ। ਤੁਹਾਡੀਆਂ 3 SITਆਂ ਬਣ ਗਈਆਂ, ਕਦੇ ਤੁਹਾਡੀਆਂ ਰਿਪੋਰਟਾਂ ਖਾਰਜ ਹੋ ਜਾਂਦੀਆਂ, ਤੁਹਾਡੇ ਐਡਵੋਕੇਟ ਜਿਹੜੇ ਆ ਹਾਈ ਕੋਰਟ ਦੇ ਵਿੱਚ ਜਾ ਕੇ ਸਹੀ ਆਪਣਾ ਪੱਖ ਨਹੀਂ ਰੱਖਦੇ ਤੇ ਇਨਸਾਫ ਤੁਸੀਂ ਕਿੱਥੋਂ ਲੈ ਕੇ ਦੇਣਾ? ਸੋ ਅੱਜ ਸਾਡੇ ਵੱਲੋਂ ਇਹੀ ਇੱਕ ਇਹਨਾਂ ਰਾਜਨੀਤਿਕ ਲੋਕਾਂ ਨੂੰ ਇੱਕ ਚੇਤਾਵਨੀ ਹੈ ਕਿ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਬੇਅਦਬੀ ਤੇ ਕੋਈ ਵੀ ਇਹ ਵੋਟ ਰਾਜਨੀਤੀ ਕਰਨਗੇ ਤਾਂ ਅਸੀਂ ਉਹਨਾਂ ਦੇ ਪਿੰਡ ਉਹਨਾਂ ਦੇ ਥਾਂ ਜਾ ਕੇ ਵਿਰੋਧ ਕਰਾਂਗੇ। ਕੋਰੋਨਾ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਦਰਅਸਲ 2 ਅਗਸਤ ਤੋਂ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਜਾ ਰਹੇ ਨੇ, ਜਿਸ ਲਈ ਸਰਕਾਰ ਨੇ ਇੱਕ ਆਰਡਰ ਜਾਰੀ ਕੀਤਾ ਹੈ। ਇਸ ਮੁਤਾਬਿਕ ਸਕੂਲ ਪ੍ਰਸ਼ਾਸਨ ਤੇ ਬੱਚਿਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ 'ਚ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਾਉਣਾ ਆਦਿ ਸ਼ਾਮਲ ਨੇ। ਸਕੂਲਾਂ ਨੂੰ ਬੱਚਿਆਂ ਦੇ ਹੱਥ ਸੈਨੀਟਾਈਜ਼ ਕਰਨ ਦੇ ਵੀ ਪ੍ਰਬੰਧ ਕਰਨੇ ਹੋਣਗੇ। ਸਰਕਾਰ ਨੇ ਸਥਾਨਕ ਪ੍ਰਸ਼ਾਸਨ ਨੂੰ ਇਸ ਸੰਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸੂਬੇ 'ਚ ਪਾਬੰਦੀਆਂ ਨੂੰ 20 ਜੁਲਾਈ ਤੋਂ ਵਧਾ ਕੇ 10 ਅਗਸਤ ਤੱਕ ਕਰ ਦਿੱਤਾ ਗਿਆ ਹੈ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸੁਨਾਮ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਨਾਲ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਰਹੇ। ਇੱਥੇ ਕਰੀਬ 4 ਏਕੜ ਦੇ ਕਰੀਬ ਰਕਬੇ 'ਚ 2.61 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਬਣਾਈ ਗਈ ਹੈ। ਇਸ ਵਿੱਚ ਸ਼ਹੀਦ ਦਾ ਤਾਂਬੇ ਦਾ ਬੁੱਤ, ਉਹਨਾਂ ਦੀਆਂ ਨਿਸ਼ਾਨੀਆਂ ਸੰਭਾਲਣ ਤੇ ਪ੍ਰਦਰਸ਼ਨੀ ਲਈ ਅਜਾਇਬ ਘਰ, ਕੈਫੇਟੇਰੀਆ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਉਹਨਾਂ ਵੱਲੋਂ ਦਿੱਤੇ ਯੋਗਦਾਨ ਨੂੰ ਯਾਦ ਕੀਤਾ ਅਤੇ ਨੌਜਵਾਨਾਂ ਨੂੰ ਉਹਨਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ ਵਿੱਚ ਜੁਟ ਜਾਣ ਦਾ ਸੱਦਾ ਦਿੱਤਾ। ਸ਼ਹੀਦ ਊਧਮ ਸਿੰਘ ਜੀ ਦਾ ਪੂਰਾ ਸਨਮਾਨ ਕਰਨਾ ਚਾਹੀਦਾ ਸਾਨੂੰ, ਔਰ ਮੈਨੂੰ ਖੁਸ਼ੀ ਅੱਜ ਕਿ ਅੱਜ ਦੇ ਦਿਹਾੜੇ ਸ਼ਾਨਦਾਰ ਇਹਨਾਂ ਦਾ ਇੱਕ ਸਟੈਚੂ ਬਣਾਇਆ ਗਿਆ ਹੈ। ਔਰ ਇਹ ਜਿਹੜੇ ਸਾਡੇ ਸੂਰਮੇ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਅਸੀਂ ਯਾਦ ਕਰਨਾ ਅਸਲੀ ਤੌਰ ਤੇ ਸ਼ੁਰੂ ਕੀਤਾ ਹੈ। ਆਪਾਂ ਆਪਣਾ ਪਿਛੋਕੜ ਭੁੱਲ ਜਾਵਾਂਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਲੱਗਣਾ ਕਿ ਕੀ ਹੋਇਆ ਸੀ, ਕੈਸੇ ਆਜ਼ਾਦੀ ਲੜੀ ਗਈ, ਕਿਸ ਕਿਸਮ ਦੇ ਜ਼ੁਲਮ ਹੁੰਦੇ ਸੀ ਉਦੋਂ, ਔਰ ਕਿਸ ਕਿਸਮ ਦੇ ਇਹਨਾਂ ਦੇ ਨਾਲ ਬਹਾਦਰਾਂ ਨੇ ਆਪਣੀਆਂ ਕੁਰਬਾਨੀਆਂ। ਮੈਂ ਦੇਖ ਰਿਹਾ ਸੀ ਤਸਵੀਰ ਅਜਾਇਬ ਘਰ ਦੇ ਵਿੱਚ, ਉਹਨਾਂ ਨੇ ਉੱਥੇ ਕਲੈਕਸਟਨ ਹਾਲ ਇੱਕ ਜਗ੍ਹਾ ਹੈ, ਉਹਦੇ ਵਿੱਚ ਇਹ ਸਮਾਗਮ ਹੋ ਰਿਹਾ ਸੀ ਕਿ ਉੱਠ ਕੇ ਇਹਨਾਂ ਨੇ ਆਪਣਾ ਬਦਲਾ ਦਿੱਤਾ ਆਪਣੇ ਲੋਕਾਂ ਦਾ ਔਰ ਆਪਣੇ ਦੇਸ਼ ਦਾ। 105 ਸਾਲਾ ਐਥਲੀਟ ਮਾਨਕੌਰ ਦਾ ਅੱਜ ਸ਼ਨੀਵਾਰ ਦੁਪਹਿਰ ਦੇਹਾਂਤ ਹੋ ਗਿਆ। ਮਾਨਕੌਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ, ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ 'ਚ ਚੱਲ ਰਿਹਾ ਸੀ। ਫਿਲਹਾਲ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਸੀ, ਪਰ ਅੱਜ ਦੁਪਹਿਰ ਅਚਾਨਕ ਉਹਨਾਂ ਦੀ ਹਾਲਤ
ਖਰਾਬ ਹੋਣ ਉਪਰੰਤ ਮੌਤ ਹੋ ਗਈ। ਬੀਬੀ ਮਾਨ ਕੌਰ ਦੀ ਮੌਤ ਦੀ ਖਬਰ ਨਾਲ ਇਲਾਕੇ ਵਿੱਚ ਮਾਤਮ ਛਾ ਗਿਆ। ਉਹ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਦਾਖਲ ਸਨ। ਦੱਸਦੀ ਕਿ ਐਥਲੀਟ ਮਾਨ ਕੌਰ ਨੇ ਕੌਮਾਂਤਰੀ ਪੱਧਰ ਤੇ ਕਈ ਇਵੈਂਟ ਵਿੱਚ ਹਿੱਸਾ ਲਿਆ ਅਤੇ 35 ਤੋਂ ਵੱਧ ਮੈਡਲ ਜਿੱਤੇ। ਮਾਨ ਕੌਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਚ ਉਹਨਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਅਤੇ ਵਹੀਕਲ ਸਟੈਂਡ ਦੀ ਖੁਦਾਈ ਸਮੇਂ ਨਿਕਲੀ ਇਮਾਰਤ ਬਾਰੇ ਪੁਰਾਤੱਤਵ ਵਿਭਾਗ ਨੇ ਰਿਪੋਰਟ ਦੇ ਦਿੱਤੀ ਹੈ, ਪਰ ਸ਼੍ਰੋਮਣੀ ਕਮੇਟੀ ਨੇ ਡੀਸੀ ਨੂੰ ਇਸ ਬਾਰੇ ਹੋਰ ਜਾਣਕਾਰੀ ਦੇਣ ਲਈ ਕਿਹਾ। ਇਸ ਦੇ ਨਾਲ ਹੀ ਇਮਾਰਤ ਦੀ ਖੋਜ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸਕਾਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਵੇਂ ਪੁਰਾਤੱਤਵ ਵਿਭਾਗ ਦੇ ਮਾਹਿਰਾਂ ਨੇ ਇਮਾਰਤ ਦੇ ਇਤਿਹਾਸਕ ਨਾ ਹੋ ਕੇ ਵਿਰਾਸਤੀ ਹੋਣ ਦਾ ਜ਼ਿਕਰ ਕੀਤਾ ਹੈ, ਫਿਰ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਟੂਰਿਜ਼ਮ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਗਲਿਆਰਾ ਯੋਜਨਾ ਸਮੇਂ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਹੇਠਾਂ ਦਬ ਦਿੱਤੀਆਂ ਗਈਆਂ ਹੋ ਸਕਦੀਆਂ ਨੇ। ਗਲਿਆਰੇ ਦੀ ਮੌਜੂਦਾ ਸਥਿਤੀ ਬਹੁਤ ਚੰਗੀ ਨਹੀਂ ਹੈ ਤੇ ਸਾਂਭ ਸੰਭਾਲ ਦੀ ਅਣਦੇਖੀ ਕਾਰਨ ਇੱਥੇ ਗੰਦਗੀ ਫੈਲ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗਲਿਆਰੇ ਦੀ ਦੇਖਭਾਲ ਕਰਨ ਲਈ ਤਿਆਰ ਹੈ। ਇਸ ਦਾ ਪ੍ਰਬੰਧ ਸੰਸਥਾ ਨੂੰ ਦੇਣ ਲਈ ਡੀਸੀ ਨੂੰ ਪੱਤਰ ਲਿਖਿਆ ਗਿਆ। ਇਸ ਦੇ ਨਾਲ ਹੀ ਵਿਰਾਸਤੀ ਮਾਰਗ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਚੁੱਕਣ ਨੂੰ ਤਿਆਰ ਹੈ। चिट्ठी लिखी उतो आर्कोलॉजी डिपार्टमेंट वाले आए, उन्होंने अपनी रिपोर्ट भेज दी है कल, जिहदे विच उन्होंने लिखा कि हिस्टरी कोई हिस्टोरिक जगह तो नहीं, पर फिर ट्रैडिशनल जिहड़ियां कोई उत्ते इमारतां ने विरासतां ने जिहड़ी विरासती है कि उहदे नाल कोई संबंध ना होवे। हो सकता है कि कोई ऐसी चीज़ होवे तुसीं इहनूं अपने लैवल ते सरकार जिहड़ी है इहनूं प्रिजर्व करे, इहदा पता करे ਤੇ ਕੋਈ ਸੈਕਸ਼ਨ ਦਿੱਤਾ ਉਹਨਾਂ ਨੇ 64 ਦਾ 1964 ਦਾ ਸੈਕਸ਼ਨ ਦਿੱਤਾ ਕਿ ਉਹਦੇ ਤਹਿਤ ਤੁਸੀਂ ਇਹਦੀ ਰੱਖ ਰਖਾਵ ਜਿਹੜੀ ਕਰਨੀ ਹੈ ਉਹਦਾ ਪਤਾ ਕਰੋ। ਕੱਲ ਡਿਪਟੀ ਕਮਿਸ਼ਨਰ ਸਾਹਿਬ ਨੇ ਟੂਰਿਜ਼ਮ ਡਿਪਾਰਟਮੈਂਟ, ਕਿਉਂਕਿ ਉਹ ਜਿਹੜੀ ਸੈਕਸ਼ਨ ਹੈ ਉਹ ਉਹਦੇ ਥੱਲੇ ਆਉਂਦੀ ਹੈ ਰੱਖ ਰਖਾਵ ਟੂਰਿਜ਼ਮ ਦੀ, ਉਹਨਾਂ ਨੂੰ ਲਿਖਿਆ ਕਿ ਤੁਸੀਂ ਆ ਕੇ ਇਹਦਾ ਪੂਰਾ ਵੈਰੀਫਾਈ ਕਰੋ ਕਿ ਉਹ ਬਿਲਡਿੰਗ ਕੀ ਹੈ, ਕਾਹਦੇ ਨਾਲ ਸੰਬੰਧਿਤ ਹੈ, ਆਪਾਂ ਕਿਵੇਂ ਰੱਖ ਰਖਾਵ ਕਰਨਾ, ਕਿਵੇਂ ਉਹਨੂੰ ਸਾਂਭਣੀ। ਕਿਉਂਕਿ ਅਸੀਂ ਵੀ ਮਨ ਬਣਾਇਆ ਹੋਇਆ ਕਿ ਜਦ ਤੱਕ ਸਰਕਾਰੀ ਤੌਰ ਦੇ ਉੱਤੇ ਪੂਰੀ ਇਹਦੀ ਕਲੀਅਰੈਂਸ ਨਹੀਂ ਹੁੰਦੀ, ਅਸੀਂ ਵੀ ਕੋਈ ਐਸਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡਾ ਕੋਈ ਨੁਕਸਾਨ ਹੋਵੇ, ਬਿਲਡਿੰਗ ਦਾ ਨੁਕਸਾਨ ਹੋਵੇ। ਸੋ ਸਿਰਫ ਤੁਹਾਨੂੰ ਦੱਸਣਾ ਸੀ ਵੀ ਕੱਲ ਟੂਰਿਜ਼ਮ ਡਿਪਾਰਟਮੈਂਟ ਉਹ ਚਲੀ ਗਈ ਹੈ, ਜਲਦੀ ਉਹਨਾਂ ਦੀ ਟੀਮ ਆਏਗੀ, ਉਹ ਦੇਖੇਗੀ ਤੇ ਫਿਰ ਉਸ ਦੀ ਜੇ ਉਹ ਕਹਿਣਗੇ ਪ੍ਰੀਜ਼ਰਵ ਕਰਨਾ, ਉਹਨੂੰ ਕਿੱਦਾਂ ਸਿਕਿਉਰ ਕਰਨਾ, ਕਿੱਦਾਂ ਉਹਨੂੰ ਅਸੀਂ ਬਣਾਉਣਾ ਹੈ, ਉਹ ਅਸੀਂ ਸਾਰੇ ਉਸ ਦੇ ਅਨੁਸਾਰ ਉਹਨੂੰ ਸਾਂਭਾਂਗੇ। ਨਾਲ ਹੀ ਅਸੀਂ ਤੁਸੀਂ ਮੰਗ ਕਰੋਗੇ ਕਿ ਤੁਹਾਨੂੰ ਦਿੱਤੀ ਤੁਹਾਡੇ ਹਵਾਲੇ ਕੀਤੀ ਜਾਵੇ? ਨਹੀਂ, ਉਹ ਤੇ ਅਸੀਂ ਕਹਿ ਦਿੱਤਾ ਹੋਇਆ, ਅਸੀਂ ਰੱਖ ਰਖਾਵ ਕਰਾਂਗੇ। ਜਦੋਂ ਸਾਨੂੰ ਦੱਸ ਦੇਣਗੇ ਵੀ ਇਹ ਕੀ ਹੈ ਤੇ ਅਸੀਂ ਕਰਾਂਗੇ, ਉਹਦੀ ਪ੍ਰੀਜ਼ਰਵ ਵੀ ਅਸੀਂ ਕਰਾਂਗੇ, ਸਾਂਭਾਂਗੇ ਵੀ ਅਸੀਂ, ਬਣਾਵਾਂਗੇ ਵੀ ਅਸੀਂ। ਲਿਖਤੀ ਰੂਪ ਵਿੱਚ ਅਸੀਂ ਫਿਲਹਾਲ ਗਲਿਆਰੇ ਦਾ ਲਿਖ ਕੇ ਭੇਜਿਆ ਔਰ ਇਹ ਵੀ ਅਸੀਂ ਹੁਣ ਭੇਜ ਦਿਆਂਗੇ। ਲਿਖਤੀ ਰੂਪ ਚ ਕੱਲ੍ਹ ਚਿੱਠੀ ਭੇਜੀ ਹੈ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿ ਜਿਹੜੇ ਗਲਿਆਰਾ ਦੁਆਲੇ ਬਣਿਆ ਹੋਇਆ ਸ੍ਰੀ ਦਰਬਾਰ ਸਾਹਿਬ ਦੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹ ਗਲਿਆਰੇ ਦੀ ਸਾਰੀ ਸੇਵਾ ਸੰਭਾਲ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੀ ਜਾਵੇ। ਕਿਉਂਕਿ ਸੰਗਤ ਆਉਂਦੀ ਹੈ ਜਿਹੜੀ, ਉਹੀ ਉੱਥੇ ਦਰਸ਼ਨ ਕਰਦੀ ਹੈ, ਉਹਨਾਂ ਖਲੋਣਾ ਹੁੰਦਾ, ਬਹਿਣਾ ਹੁੰਦਾ, ਉੱਥੇ ਬੂਟੇ ਸੋਹਣੇ ਲੱਗ ਜਾਣ, ਉੱਥੇ ਸਫਾਈ ਹੋ ਜਾਵੇ, ਉਹ ਸਾਰਾ ਕਰਨ ਵਾਸਤੇ ਅਸੀਂ ਜਿਹੜੀ ਉਹਨਾਂ ਨੂੰ ਚਿੱਠੀ ਲਿਖੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਖੇਤੀ ਮੰਤਰੀ ਨਰਿੰਦਰ ਤੋਮਰ ਸਮੇਤ ਸਾਰੇ ਭਾਜਪਾ ਲੀਡਰਾਂ ਨੂੰ ਕਿਸਾਨ ਆਗੂਆਂ ਨੇ ਦਿੱਤਾ ਬਹਿਸ ਦਾ ਸੱਦਾ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਨੀ ਨੇ ਕਿਹਾ ਖੁੱਲੇ ਮੰਚ ਤੇ ਮੀਡੀਆ ਸਾਹਮਣੇ ਹੋਵੇ ਬਹਿਸ। ਦਿੱਲੀ ਸਰਹੱਦ ਤੇ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਦਾ ਵੀ ਕੀਤਾ ਸਮਰਥਨ। ਭਾਜਪਾ ਦੇ ਲੀਡਰਾਂ ਖਿਲਾਫ ਕਿਸਾਨਾਂ ਦਾ ਗੁੱਸਾ ਨਹੀਂ ਹੋ ਰਿਹਾ ਸ਼ਾਂਤ। ਸ਼੍ਰੀ ਗੰਗਾਨਗਰ 'ਚ ਕੈਲਾਸ਼ ਮੇਘਵਾਲ ਤੇ ਤਲਵੰਡੀ ਸਾਬੋ 'ਚ ਵਿਜੇ ਸਾਂਪਲਾ ਦਾ ਕੀਤਾ ਵਿਰੋਧ। ਪੁਲਿਸ ਨੇ ਕੀਤਾ ਕਿਸਾਨਾਂ ਤੇ ਲਾਠੀਚਾਰਜ, ਕਈ ਕਿਸਾਨਾਂ ਦੇ ਵੱਜੀਆਂ ਸੱਟਾਂ, ਕਈਆਂ ਨੂੰ ਹਿਰਾਸਤ 'ਚ ਲਿਆ। ਹਰਸਿਮਰਤ ਬਾਦਲ ਦੀ ਅਗਵਾਈ 'ਚ 7 ਸਿਆਸੀ ਪਾਰਟੀਆਂ ਦੇ ਸਾਂਝੇ ਵਫਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ। ਰਾਸ਼ਟਰਪਤੀ ਤੋਂ ਸੰਸਦ 'ਚ ਖੇਤੀ ਕਾਨੂੰਨਾਂ ਤੇ ਪੈਗਾਸਸ ਜਸੂਸੀ ਮਾਮਲੇ ਤੇ ਚਰਚਾ ਕਰਵਾਉਣ ਲਈ ਦਖਲ ਦੇਣ ਦੀ ਕੀਤੀ ਮੰਗ। ਹਰਸਿਮਰਤ ਬਾਦਲ ਨੇ ਕਿਹਾ ਸੱਤਾ ਦੇ ਨਸ਼ੇ 'ਚ ਚੂਰ ਸਰਕਾਰ ਕਿਸੇ ਦੀ ਗੱਲ ਸੁਣਨ ਨੂੰ ਨਹੀਂ ਤਿਆਰ। ਪੰਜਾਬ ਦੇ ਕਿਸਾਨਾਂ ਨੇ ਕੈਪਟਨ ਸਰਕਾਰ ਖਿਲਾਫ ਖੋਲ੍ਹਿਆ ਨਵਾਂ ਫਰੰਟ। ਸਰਕਾਰ ਤੋਂ ਗੰਨੇ ਦੀ ਕੀਮਤ ਵਧਾਉਣ ਦੀ ਕੀਤੀ ਮੰਗ। ਮੰਗਾਂ ਨਾ ਮੰਨਣ ਤੇ ਦਿੱਤੀ ਪੰਜਾਬ 'ਚ ਵੀ ਦਿੱਲੀ ਵਾਂਗ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ।
ਅਤੇ ਬਹਿਬਲ ਕਲਾਂ ਤੇ ਕੋਟਕਪੁਰਾ ਦੇ ਪੀੜਤਾਂ ਨੂੰ ਨਵਜੋਤ ਸਿੰਘ ਸਿੱਧੂ ਤੇ ਨਹੀਂ ਯਕੀਨ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਪਰਿਵਾਰਾਂ ਨੇ ਕਿਹਾ ਨਵਜੋਤ ਸਿੱਧੂ ਸਿਰਫ ਸੋਸ਼ਲ ਮੀਡੀਆ ਤੇ ਕਰ ਰਹੇ ਇਨਸਾਫ ਦਿਵਾਉਣ ਦਾ ਐਲਾਨ। ਬੇਅਦਬੀ ਨੂੰ ਸਿਆਸੀ ਮੁੱਦਾ ਬਣਾਉਣ ਤੇ ਵੀ ਜਤਾਈ ਨਾਰਾਜ਼ਗੀ। ਇਸ ਦੇ ਨਾਲ ਹੀ ਮੈਨੂੰ ਜਾਣੀ ਮਨਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।